ਅੱਛਾ, ਫੈਸਲ ਜੱਟ ਫਿਜੀ ਮਨਸ਼ਿਆਤ ਦੇ ਕੰਮ ਦੇ ਵਿੱਚ ਜਨਾਬ ਇਹ ਆ ਗਿਆ। ਇਹਦਾ ਦੂਈ ਪਾਰਟੀ ਦੇ ਨਾਲ ਆਏ ਦਿਨ ਜਨਾਬ ਲੜਾਈ ਝਗੜਾ ਸ਼ੁਰੂ ਹੋ ਗਿਆ ਤੇ ਉਹਨੇ ਦੂਸਰੀ ਪਾਰਟੀ ਨੇ ਜਨਾਬ ਇਹਦੇ ਨਾਲ ਨਾ ਐਵੇਂ ਟਾਕਰਾ ਬਣਾ ਕੇ ਨਾ ਤੇ ਪੁਲਿਸ ਨੂੰ ਨਾਲ ਇਨਵੋਲਵ ਕਰ ਲਿਆ। ਪੁਲਿਸ ਜਦੋਂ ਆਂਦੀ ਏ, ਪੁਲਿਸ ਇਹਨਾਂ ਦੀ ਆਪਸ ਵਿੱਚ ਫਾਇਰਿੰਗ ਦੇ ਨਾਲ ਕਾਂਸਟੇਬਲ ਜਨਾਬ ਤਾਰਿਕ ਅਜ਼ੀਜ਼ ਸ਼ਹੀਦ ਹੋ ਜਾਂਦਾ। ਉਸ ਤੋਂ ਬਾਅਦ FIR ਹੋ ਜਾਂਦੀ ਹੈ ਜਨਾਬ ਫੈਸਲ ਜੱਟ ਫਿਜੀ ਔਰ ਇਹਦੇ ਸਾਥੀਆਂ ਤੇ। ਪੁਲਿਸ ਰੇਡ ਕਰਦੀ ਏ, ਇਹ ਡੇਰਾ ਛੱਡ ਜਾਂਦਾ ਹੈ। ਡੇਰੇ ਇਹਦਾ ਤਕਰੀਬਨ ਪਿੰਡ ਤੋਂ ਸਾਈਡ ਤੇ ਨੇ ਬਣਾਏ ਹੋਏ ਸੀ, ਕੋਈ ਚਿੜੀ ਜਿਹੜੀ ਉੱਥੇ ਪਰ ਨਹੀਂ ਮਾਰ ਸਕਦੀ ਸੀ। ਔਰ ਇਹਦੇ ਜਿਹੜੇ ਕਰਿੰਦੇ ਆਏ ਸੀ ਇਹਨੂੰ ਪਲ ਪਲ ਦੀ ਰਿਪੋਰਟ ਦਿੰਦੇ ਸੀ ਕਿ ਇਸ ਟਾਈਮ ਇਹ ਹੋ ਰਿਹਾ, ਇਸ ਟਾਈਮ ਪੁਲਿਸ ਆ ਰਹੀ ਹੈ, ਜਾ ਰਹੀ ਹੈ। ਤੇ ਇਹਨੇ ਜਨਾਬ ਤਾਰਿਕ ਅਜ਼ੀਜ਼ ਕਾਂਸਟੇਬਲ ਸ਼ਹੀਦ ਹੋਣ ਤੋਂ ਬਾਅਦ ਤਾਂ 24 ਘੰਟੇ 3-4 ਛਾਪੇ ਪੁਲਿਸ ਮਾਰਦੀ ਸੀ। ਅੱਛਾ, ਜਦੋਂ ਪੁਲਿਸ ਆਈ ਹੈ ਉਹ ਪੁਲਿਸ ਨੇ ਜਨਾਬ ਇਹਦੇ ਡੇਰੇ ਨੂੰ ਮਿਸਮਾਰ ਕੀਤਾ ਔਰ ਇਹਦੀ ਗੱਡੀ ਨੂੰ ਸਾੜ ਦਿੱਤਾ। ਇਹ ਫਿਰ ਜਨਾਬ ਪਿੰਡ ਤੋਂ 2 ਦਿਨ ਗਾਇਬ ਰਿਹਾ। ਉਸ ਤੋਂ ਬਾਅਦ ਜਨਾਬ ਇਹਨੇ ਆਪਣਾ ਠੀਕ ਠਾਕ ਅਸਲਾ ਇਕੱਠਾ ਕੀਤਾ ਔਰ ਇਕੱਠਾ ਕਰਨ ਤੋਂ ਬਾਅਦ ਜਨਾਬ ਇਹਨੇ ਪਿੰਡ ਦੀ ਮਸਜਿਦ ਤੇ ਜਾ ਕੇ ਐਲਾਨ ਕੀਤਾ ਔਰ ਐਲਾਨ ਕਰਨ ਦੇ ਵਿੱਚ ਇਹਨੇ ਇਹ ਗੱਲ ਕੀਤੀ ਕਿ ਪੁਲਿਸ ਨੂੰ ਇਹਨੇ ਲਲਕਾਰਿਆ ਹੈ ਕਿ ਮੇਰਾ ਸਾਹਮਣਾ ਕਰਨਾ ਹੈ ਤੇ ਆ ਜਾਓ, ਅਗਰ ਮੈਂ ਨਸਿਆ ਤਾਂ ਮੈਂ ਜੱਟ ਨਹੀਂ ਹੈਗਾ। ਇਹਨੇ ਪੁਲਿਸ ਨੂੰ ਹੋਰ ਕੁਝ ਬੜੇ ਅਲਫਾਜ਼ ਕਹੇ ਨੇ ਜਨਾਬ। ਉਸ ਤੋਂ ਬਾਅਦ ਇਹ ਆਪਣੇ ਡੇਰੇ ਤੇ ਗਿਆ, ਆਪਣਾ ਘਰ ਗਿਆ, ਜਿਹਨੇ ਘਰ ਦੇ ਵਿੱਚ ਇਹਨੇ ਫੁੱਲ ਤਿਆਰੀ ਦੇ ਨਾਲ। ਉਸ ਤੋਂ ਬਾਅਦ DPO DSP DIG ਪੰਜਾਬ ਓਵਰਆਲ ਜ਼ਿਲ੍ਹਾ ਗੁਜਰਾਤ ਦੇ ਵਿੱਚ ਇਹ ਪਿੰਡ ਹੰਝ ਹੈ ਜਨਾਬ। ਔਰ ਜ਼ਿਲ੍ਹਾ ਗੁਜਰਾਤ ਦੇ ਵਿੱਚ ਜਦੋਂ ਪੁਲਿਸ ਵਾਲਿਆਂ ਨੂੰ ਪਤਾ ਲੱਗਾ ਕਿ ਸਾਨੂੰ ਲਲਕਾਰ ਰਿਹਾ, ਪੁਲਿਸ ਵਾਲਿਆਂ ਨੇ ਜਨਾਬ ਨਫਰੀ ਇਕੱਠੀ ਕੀਤੀ ਔਰ ਓਵਰਆਲ ਜਿਹੜੇ ਜ਼ਿਲ੍ਹਾ ਆਪਣਾ ਗੁਜਰਾਤ ਦੇ ਜਿਤਨੇ ਥਾਣੇ ਹਨ ਉਹਨਾਂ ਦੇ SHO ਸਾਹਿਬਾਨ ਨੂੰ ਜਨਾਬ ਬੁਲਾ ਕੇ ਮੀਟਿੰਗ ਕੀਤੀ। ਮੀਟਿੰਗ ਕਰਨ ਤੋਂ ਬਾਅਦ ਜਨਾਬ ਸਟਾਫ ਜਿਹੜੇ ਨੇ 35 ਤੋਂ 40 ਗੱਡੀਆਂ ਇਹ ਜਨਾਬ ਠੱਕ ਹਾਂਝਾ ਲੱਗੀਆਂ ਨੇ ਜਨਾਬ। ਤੇ ਇਹ ਅੱਗੇ ਇੰਤਜ਼ਾਰ ਕਰ ਰਿਹਾ ਸੀ ਜਨਾਬ। ਲੜਾਈ ਸ਼ੁਰੂ ਹੋ ਗਈ, ਦੋਵਾਂ ਸਾਈਡਾਂ ਤੋਂ ਫਾਇਰਿੰਗ ਸ਼ੁਰੂ ਹੋ ਗਈ ਤੇ ਫਾਇਰਿੰਗ ਤੂਲ ਪਕੜਿਆ। 17 ਘੰਟੇ ਮੁਸਲਸਲ ਫਾਇਰਿੰਗ ਤੋਂ ਬਾਅਦ ਜਨਾਬ ਫੈਸਲ ਹੰਝ ਨੇ हैंड ग्रेनेड ਦਾ ਇਸਤੇਮਾਲ ਕੀਤਾ ਔਰ ਆਪਣਾ ਦਿਫਾ ਕਰ ਰਿਹਾ ਸੀ। ਕੋਈ ਐਸੀ ਜਗ੍ਹਾ ਨਹੀਂ ਹੈ, ਤੁਸੀਂ ਦੇਖ ਰਹੇ ਹੋ ਕਿ ਜਨਾਬ ਹਰ ਜਗ੍ਹਾ ਤੇ ਜਨਾਬ ਫਾਇਰ ਦੇ ਨਿਸ਼ਾਨ ਹਨ ਜਨਾਬ। ਤੇ ਫੈਸਲ ਜੱਟ ਆਪਣੇ हैंड ग्रेनेड ਉੱਤੇ ਫਟਣ ਨਾਲ ਉਹਦੀ ਹਲਾਕਤ ਹੋ ਗਈ। 17 ਘੰਟੇ ਤੋਂ ਬਾਅਦ 6:32 ਸਵੇਰ ਦਾ ਟਾਈਮ ਹੈ ਸੀ ਕਿ ਅੰਦਰ ਵਾਲੀ ਸਾਈਡ ਤੋਂ ਆਵਾਜ਼ ਗੋਲੀਆਂ ਦੀ ਆਣੀ ਬੰਦ ਹੋ ਗਈ। 4 ਬੰਦੇ ਸੀ, ਫੈਸਲ ਜੱਟ ਫਿਜੀ ਦਾ ਮੂੰਹ ਬੋਲਾ ਭਤੀਜਾ ਔਰ ਉਹਦੇ 2 ਸਾਥੀ ਜਨਾਬ, ਔਰ ਕੁਝ ਸਾਥੀ ਜਿਹੜੇ ਨੇ ਉਹ ਜਨਾਬ ਨਸ ਗਏ ਸੀ। ਫੈਸਲ ਜੱਟ ਫਿਜੀ ਦੀ ਜਿਹੜੀ ਇਹ ਗੱਲਾਂ ਸੀ ਜਨਾਬ ਉਹ ਬੜੀਆਂ ਵਾਇਰਲ ਹੋਈਆਂ ਨੇ ਤੇ ਇੰਡੀਆ ਦੇ ਵਿੱਚ ਜਨਾਬ ਉਹਨੂੰ ਮੌਲਾ ਜੱਟ ਦੇ ਅਲਫਾਜ਼ ਨਾਲ ਯਾਦ ਕਰ ਰਹੇ ਨੇ। ਤੇ ਕੰਮ ਜਿਹੜਾ ਸੀ ਉਹ ਮਨਸ਼ਿਆਤ ਫਰੋਸ਼ ਸੀ, ਉਹਨੇ ਸਟੇਟ ਨੂੰ ਚੈਲੰਜ ਕੀਤਾ ਸੀ ਔਰ ਜਨਾਬ ਬੰਦੇ ਜਿਹੜੇ ਨੇ ਉਹਦੇ ਮਰਨ ਤੋਂ ਬਾਅਦ ਬੜੇ ਅਫਸਰਦਾ ਹੋਏ ਨੇ ਕਿ ਸਾਡਾ ਉਹ ਗਮਖਾਰ ਸੀ, ਸਾਡੇ ਨਾਲ ਉਹ ਚੰਗਾ ਸੀ ਔਰ ਕੰਮ ਜਿਹੜਾ ਸੀ ਉਹ ਮਨਸ਼ਿਆਤ ਫਰੋਸ਼ ਸੀ। ਉਹ ਲੋਕਾਂ ਨੂੰ ਗਰੀਬਾਂ ਦੀ ਮਦਦ ਕਰਦਾ ਜਨਾਬ, ਉਹ ਇਸ ਤਰ੍ਹਾਂ ਕਰਦਾ ਸੀ, ਗਰੀਬਾਂ ਦਾ ਹਮਦਰਦ ਸੀ ਕਿ ਕੰਮ ਉਹਦਾ ਜਿਹੜੇ ਸੀ ਉਹ ਮਨਸ਼ਿਆਤ ਫਰੋਸ਼ ਸੀ। ਯਾਨੀ ਕਿ ਉਹੀ ਨਸ਼ਾ ਉਹਨਾਂ ਦੇ ਬੱਚਿਆਂ ਨੂੰ ਦੇਣਾ, ਨਸ਼ਾ ਵੇਚ ਕੇ ਤੇ ਇਸ ਤਰ੍ਹਾਂ ਕਰਕੇ ਇੱਕ ਉਹਦੀ ਪ੍ਰੋਪਰ ਚੈਨ ਸੀ। ਔਰ ਓਵਰਆਲ ਤਕਰੀਬਨ 25 ਤੋਂ 30 ਬੰਦੇ ਉਸ ਗਰੁੱਪ ਦੇ ਨਾਲ ਸ਼ਾਮਿਲ ਆਏ ਸੀ। ਉਹਦੇ ਮਰਨ ਤੋਂ ਬਾਅਦ ਪੁਲਿਸ ਨੇ ਜਨਾਬ 22 ਬੰਦੇ ਤੇ FIR ਕੀਤੀ, ਉਹਦੇ ਭਾਈਆਂ ਤੇ ਵੀ FIR ਹੋ ਗਈ ਔਰ ਪੁਲਿਸ ਬਕਾਇਦਾ ਉਹਨਾਂ ਨੂੰ ਫੜ ਕੇ ਲੈ ਗਈ। ਪਿੰਡ ਦੇ ਵਿੱਚ ਅਫਰਾ ਤਫਰੀ ਮੱਚੀ ਹੋਈ ਹੈ ਜਨਾਬ, ਬੰਦੇ ਡਰੇ ਹੋਏ ਨੇ ਤੇ ਬੰਦੇ ਵਿੱਚ ਉਸ ਟਾਈਮ ਜਦੋਂ ਉਹ ਚੰਗਾ ਠੀਕ ਠਾਕ ਕਮਾ ਕੇ ਦੇ ਰਹੇ ਸੀ, ਉਹਦਾ ਬਹਿ ਜਾ ਸੀ, ਉਹਦੇ ਡੰਕੇ ਵੱਜ ਰਹੇ ਸੀ, ਉਹਦੇ ਫੀਜੀ ਜੱਟ ਜਨਾਬ ਦੇ ਨਾਰੇ ਵੱਜ ਰਹੇ ਸਨ। ਉਦੋਂ ਬੰਦਿਆਂ ਨੂੰ ਕੋਈ ਟੈਨਸ਼ਨ ਨਹੀਂ ਸੀ, ਬੰਦਿਆਂ ਨੂੰ ਖੁੱਲਾ ਮਿਲ ਰਿਹਾ ਸੀ ਔਰ ਉਹ 2 ਨੰਬਰ ਧੰਦੇ ਦੇ ਨਾਲ ਜਨਾਬ ਮਿਲ ਰਿਹਾ ਸੀ। ਔਰ ਜਦੋਂ ਵਾਰੀ ਉਹਨਾਂ ਦੀ ਆਈ ਜਨਾਬ ਕਿ ਹੁਣ ਉਹਦਾ ਹਿਸਾਬ ਕਿਤਾਬ ਹੋਣ ਦੀ, ਤੇ ਫਿਰ ਨਸ਼ੇ ਨੇ ਸਾਡੇ ਨਾਲ ਜ਼ਿਆਦਤੀ ਹੋ ਰਹੀ ਹੈ, ਸਾਨੂੰ ਪੁਲਿਸ ਫੜੇ ਨਹੀਂ। ਇਹ ਜਨਾਬ ਸਾਰੇ ਕਰਿੰਦੇ ਉਹਦੇ ਆਪਣਾ ਨਾਲ ਸੀ, ਪੁਲਿਸ ਉਹਦੀਆਂ ਮੱਝਾਂ ਤੱਕ ਲੈ ਗਈ ਹੈ। ਬਾਅਦ ਦੇ ਵਿੱਚ ਜਨਾਬ ਉਹਦੇ ਜਿਹੜੇ ਭਰਾ ਨੇ ਉਹ ਬੜੇ ਪਰੇਸ਼ਾਨ ਹੋਏ ਕਿ ਇਹ ਸਾਡੀਆਂ ਮੱਝਾਂ ਸਾਡੇ ਖੂਨ ਪਸੀਨੇ ਦੀ ਕਮਾਈ ਹੈ, 90 ਮੱਝ ਇਹ ਕੋਈ ਮਿਹਨਤ ਰੱਖਦੀ ਹੈ। ਥੋੜਾ 1-2 ਜਾਨਵਰ ਹੋਣ ਤਾਂ ਬੰਦਾ ਕਹਿ ਸਕਦਾ। ਤੇ ਹਰ ਜਗ੍ਹਾ ਤੇ ਜਾ ਕੇ ਜਨਾਬ ਫੈਸਲ ਜੱਟ ਫਿਜੀ ਦੀ ਗੱਲਾਂ ਛਿੜ ਗਈਆਂ ਨੇ। ਅਸੀਂ ਜਨਾਬ IG ਪੰਜਾਬ ਸਾਹਿਬ ਨੂੰ
ਦਾਤ ਦਿੰਦੇ ਹਾਂ, ਉਹਨਾਂ ਦੀ ਆਪਣਾ ਹੌਸਲਾ ਅਫਜ਼ਾਈ ਕਰਨੇ ਹਾਂ ਕਿ ਉਹਨਾਂ ਦੇ ਤਾਵਨ ਦੇ ਨਾਲ ਇਹ ਮਨਸ਼ਿਆਤ ਜਿਹੜੀ ਹੈ ਜੜ੍ਹ ਤੋਂ ਖਤਮ ਹੋਣੀ ਚਾਹੀਦੀ ਹੈ। ਔਰ ਜਿਹੜੇ ਬੰਦੇ ਮਨਸ਼ਿਆਤ ਦਾ ਕੰਮ ਕਰਦੇ ਨੇ ਬਿਲਕੁਲ ਇਹਨਾਂ ਦਾ ਘੇਰਾ ਤੰਗ ਹੋਣਾ ਚਾਹੀਦਾ ਹੈ। ਫੈਸਲ ਜੱਟ ਫਿਜੀ ਦਾ ਬੜਾ ਰੋਬ ਸੀ, ਬੜਾ ਨਾਂ ਸੀ। 2015 ਚ ਉਹਨੇ ਸ਼ਾਦੀ ਕੀਤੀ ਸੀ ਜਨਾਬ, ਉਹਦੇ 3 ਬੱਚੇ ਸੀ ਜਨਾਬ। ਉਹਦੀ ਬੀਵੀ ਦੇ ਹੀ ਬੜੇ ਬਿਆਨ ਆਏ ਜੀ ਨੇ, ਉਹ ਜਨਾਬ ਮਨਸ਼ਿਆਤ ਛੱਡਣਾ ਚਾਹੁੰਦਾ ਸੀ ਲੇਕਿਨ ਉਹਨੇ ਛੱਡੀ ਨਹੀਂ ਹੈ। ਬਸ ਹੁਣ ਉਹਦੀ ਵਾਲਦਾ ਦੇ ਇਹੀ ਬਿਆਨ ਆਏ ਨੇ, ਪਿੰਡ ਦੇ ਵਿੱਚ ਬੰਦੇ ਦੇ ਬਿਆਨ ਆਏ ਨੇ। ਔਰ ਪਿੰਡ ਦੇ ਬੰਦੇ ਦੀ ਇਹ ਹੁਣ ਗੁਜ਼ਾਰਿਸ਼ ਹੈ ਕਿ ਖੁਦਾਰਾ ਜਨਾਬ ਸਾਨੂੰ ਮਾਫ ਕੀਤਾ ਜਾਏ, ਸਾਡੇ ਪੁੱਤਰ ਬੇਗੁਨਾਹ ਨੇ, ਸਾਡੇ ਪੁੱਤਰ ਬੇਗੁਨਾਹ ਨੇ। ਉਹ ਓਵਰਆਲ ਪਿੰਡ ਦੇ ਬੰਦੇ ਚਲੇ ਗਏ ਨੇ MNA ਕੋਲ, ਉੱਥੇ ਜਿਰਗਾ ਹੋਇਆ। ਜਿਰਗੇ ਦੇ ਵਿੱਚ ਉਹਨਾਂ ਨੇ ਜਨਾਬ ਕੋਈ ਸ਼ਰਤਾਂ MNA ਸਾਹਿਬ ਨੂੰ ਕਿਹਾ ਹੈ ਕਿ ਇਹ ਜਨਾਬ ਤੁਸੀਂ ਸਾਡੀ ਪੁਲਿਸ ਕੋਲੋਂ ਜਾਨ ਛੁਡਵਾਓ। ਆਏ ਦਿਨ ਪੁਲਿਸ ਛਾਪੇ ਮਾਰ ਕੇ ਸਾਡੇ ਬੰਦੇ ਜਿਹੜੇ ਬੇਗੁਨਾਹ ਲੈ ਕੇ ਜਾ ਰਹੀ ਹੈ। ਤੇ ਉਦੋਂ ਜਨਾਬ ਜਦੋਂ ਫੈਸਲ ਜੱਟ ਫਿਜੀ ਦੇ ਡੰਕੇ ਵੱਜਦੇ ਹਨ, ਉਦੋਂ ਇਹੋ ਬੰਦੇ ਉਹਦੇ ਅੱਗੇ ਪਿੱਛੇ ਫਿਰ ਰਹੇ ਸੀ। ਜਦੋਂ ਜਨਾਬ ਪੁਲਿਸ ਦੇ ਨਾਲ ਮੁਕਾਬਲਾ ਹੋਇਆ ਮਸਜਿਦ ਵਿੱਚ, ਉਹਨੂੰ ਕੋਈ ਬੰਦਾ ਮਨਾ ਕਰਨ ਵਾਲਾ ਨਹੀਂ ਹੈ ਕਿ ਤੂੰ ਜਨਾਬ ਸਟੇਟ ਨਾਲ ਪੰਗਾ ਲੈ ਰਿਹਾ, ਇਹ ਗੱਲ ਗਲਤ ਹੈ। ਉਦੋਂ ਜਨਾਬ ਉਹਨੇ ਐਲਾਨ ਵੀ ਕੀਤਾ, ਉਹਨੂੰ ਬੜਾ ਕਿਸੇ ਬੰਦੇ ਨੇ ਕੋਈ ਆਪਣਾ ਪੁਲਿਸ ਨੂੰ ਕਾਲ ਨਹੀਂ ਕੀਤੀ ਕਿ ਇਤਨਾ ਅਸਲਾ ਇਹਨੇ ਇਕੱਠਾ ਕੀਤਾ। ਇਸ ਤਰ੍ਹਾਂ ਕਰਕੇ ਉਹਦੇ ਜਿਹੜੇ ਰਾਜ਼ ਆਏ ਉਹ ਜਨਾਬ ਕਿਸੇ ਬੰਦੇ ਨੇ ਨਹੀਂ ਕਿਸੇ ਨੇ ਪੁਲਿਸ ਨੂੰ ਦੱਸਿਆ। ਆਈ ਕੰਮ ਜਿਹੜਾ ਹੈ ਬੁਰਾ ਕਰੋਗੇ ਤਾਂ ਉਹਦਾ ਰਿਜ਼ਲਟ ਬੁਰਾ ਹੀ ਹੋਏਗਾ। ਫੈਸਲ ਜੱਟ ਮਨਸ਼ਿਆਤ ਫਰੋਸ਼ ਆ। ਹੁਣ ਬੰਦੇ ਬਾਜ਼ ਦਫਾ ਕੁਛ ਹੋਰ ਕਹਿ ਰਹੇ ਨੇ ਲੇਕਿਨ ਅਸੀਂ ਪੁਲਿਸ ਨੂੰ ਚੈਲੰਜ ਨਹੀਂ ਕਰ ਸਕਦੇ। ਪੁਲਿਸ ਸਾਡਾ ਇੱਕ ਵਾਹਿਦ ਇਦਾਰਾ, ਅਗਰ ਇਹ ਨੌਸਰਬਾਜ਼ ਜਿਵੇਂ ਹੁਣ ਇਹ ਫੈਸਲ ਜੱਟ ਫਿਜੀ ਮਨਸ਼ਿਆਤ ਫਰੋਸ਼ ਆ ਜਾਂ ਓਵਰਆਲ ਇੱਕ ਗੈਂਗਸਟਰ ਤੋਂ ਇਹ ਜਿਹੜੇ ਛੋਟੇ ਬੰਦੇ ਹਨ ਕੀੜੀ ਮਕੌੜਿਆਂ ਇਹਨਾਂ ਨੇ ਰਗੜ ਦੇਣਾ ਸੀ। ਅਗਰ ਸਾਡਾ ਕਾਨੂੰਨ ਨਾ ਹੁੰਦਾ ਤਾਂ ਇਹਨਾਂ ਨੇ ਸਤਿਆਨਾਸ਼ ਕਰ ਦੇਣਾ ਸੀ। ਇਹਨਾਂ ਨੇ ਜੋ ਦਿਲ ਵਿੱਚ ਆਉਂਦਾ ਇਹਨਾਂ ਨੇ ਉਹ ਹੀ ਕਰਨਾ ਸੀ। ਇਸੇ ਪੈਗਾਮ ਦੇ ਨਾਲ ਆਪਣਾ ਖਿਆਲ ਰੱਖੋ, ਆਪਣੇ ਬੱਚਿਆਂ ਦਾ ਖਿਆਲ ਰੱਖੋ ਕਿ ਇਹ ਜਿਹੜੀ ਮਨਸ਼ਿਆਤ ਵਾਲੀ ਲਾਨਤ ਹੈ ਇਸ ਤੋਂ ਦੂਰ ਰਹਿਣ।